ਸਤਿਗੁਰ ਦਰਸ਼ਨ ਅਗਨ ਨਿਵਾਰੀ। ਸਤਿਗੁਰੂ ਦਾ ਦਰਸ਼ਨ ਸਾਡੇ ਅੰਦਰ ਬਲਦੀ ਅੱਗ ਨੂੰ ਦੂਰ ਕਰ ਦਿੰਦਾ। ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ। ਸਤਿਗੁਰੂ ਨੂੰ ਮਿਲ ਕੇ ਸਾਡਾ ਮਨ ਤੇ ਤਨ ਸੀਤਲ ਹੋ ਜਾਂਦੇ ਨੇ, ਠੰਡੇ ਹੋ ਜਾਂਦੇ ਨੇ ਤੇ ਸ਼ਾਂਤ ਹੋ ਜਾਂਦੇ। ਜਦੋਂ ਆਪਾਂ ਨੂੰ ਬੜੀ ਤਕਲੀਫ ਹੁੰਦੀ ਹੈ ਨਾ ਮਨ ਦੇ ਵਿੱਚ, ਉਦੋਂ ਆਪਾਂ ਨੇ ਮਨ ਬੜਾ ਅਸ਼ਾਂਤ ਹੈ, ਪਰ ਗੁਰੂ ਨੂੰ ਮਿਲ ਕੇ ਸਾਡਾ ਮਨ ਸ਼ਾਂਤ ਹੋ ਜਾਂਦਾ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹਉਮੈ ਮਾਰੀ। ਸਤਿਗੁਰੂ ਨੂੰ ਮਿਲ ਕੇ ਹਉਮੈ ਭਾਵ ਹੰਕਾਰ ਦੂਰ ਹੋ ਜਾਂਦਾ, ਕਾ ਹੀ ਅੰਦਰੋਂ ਸਮਾਪਤ ਹੋ ਜਾਂਦਾ ਹੈ। ਪਰ ਤਾਂ ਹੈ ਨਾ, ਜੇ ਗੁਰੂ ਅੰਦਰ ਵਸੇਗਾ ਫਿਰ ਜਦੋਂ ਹੰਕਾਰ ਦੂਰ ਹੁੰਦਾ ਫਿਰ ਸਾਡੇ ਅੰਦਰ ਨਿਮਰਤਾ ਆਉਂਦੀ। ਕਿਉਂਕਿ ਨਿਮਰਤਾ ਵਾਸਤੇ ਮੈਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ 3 ਗੁਣ ਜਿਹੜੇ ਨੇ, ਸੱਚੇ ਪਾਤਸ਼ਾਹ ਦਾ ਹੁਕਮ ਹੈ ਕਿ 3 ਗੁਣ ਧਾਰੋ ਤੇ ਤਾਂ ਤੁਹਾਨੂੰ ਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਉਹ 3 ਗੁਣ ਜਿਹੜੇ ਨੇ, ਨਿਵਣ ਸੋ ਅੱਖਰ, ਖਿਵਣ ਗੁਣ, ਜੇਬਾ ਮਣੀਆਂ ਮੰਤ, ਇਹ 3 ਭੈਣੇ ਵੇਸ ਕਰ ਤਾਂ ਵਸ ਆਈ ਕਰ। ਉਹ ਨਿਮਰਤਾ ਵਾਲਾ ਗੁਣ ਜਿਹੜਾ ਉਹ ਤਾਂ ਆਏਗਾ ਜੇ ਸਾਡੇ ਅੰਦਰ ਹੰਕਾਰ ਨਹੀਂ ਰਵੇਗਾ। ਕਿਉਂਕਿ ਜਿੰਨਾ ਚਿਰ ਹੰਕਾਰ ਅੰਦਰ ਹੈ ਉਨਾ ਚਿਰ ਸਾਡੇ ਅੰਦਰ ਨਿਮਰਤਾ ਨਹੀਂ ਆ ਸਕਦੀ। ਇਸ ਕਰਕੇ ਗੁਰੂ ਨੂੰ ਮਿਲ ਕੇ ਹੰਕਾਰ ਦੂਰ ਹੁੰਦਾ ਤੇ ਹੰਕਾਰ ਦੂਰ ਹੁੰਦਾ ਗੁਰੂ ਦੇ ਦਰਸ਼ਨ ਕੀਤਿਆਂ ਸ਼ਰਧਾ ਨਾਲ, ਚਲਾਕੀ ਨਾਲ, ਆਕੜ ਨਾਲ ਨਹੀਂ। ਗੁਰੂ ਦੇ ਬਚਨ ਮੰਨਿਆ, ਉਪਦੇਸ਼ ਨੂੰ ਕਮਾਇਆ, ਹੰਕਾਰ ਸਾਡਾ ਦੂਰ ਹੁੰਦਾ। ਸੋ ਇਸ ਕਰਕੇ ਗੁਰੂ ਦੇ ਦਰਸ਼ਨਾਂ ਦਾ ਇੰਨਾ ਲਾਭ ਹੈ ਜਿਹੜਾ ਕਿਸੇ ਵੀ ਤਰ੍ਹਾਂ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਸੱਚੇ ਪਾਤਸ਼ਾਹ ਉਹਦੇ ਵਾਸਤੇ ਲਿਖਿਆ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਹੁਣ ਸਾਧ ਸੰਗਤ ਜੀ, ਗੁਰੂ ਮੁਖ ਤੇ ਮੁਖ ਤੇ ਫਿਰ ਦੇਹਧਾਰੀ ਦਾ ਹੀ ਹੁੰਦਾ। ਇਹ ਉਹੀ ਗੱਲ ਹੈ ਜਦੋਂ 10ਵੇਂ ਪਾਤਸ਼ਾਹ ਜੀ ਦੇ ਬੂਹੇ ਅੱਗੇ ਬੈਠ ਕੇ ਭਾਈ ਨੰਦ ਲਾਲ ਜੀ ਸਾਰੀ ਰਾਤ ਰੋਂਦੇ ਰਹਿੰਦੇ ਸੀ ਕਿ ਹਾਏ ਸੂਰਜ ਛਿਪ ਗਿਆ, ਤੇ ਸਵੇਰੇ ਜਦੋਂ ਦਰਸ਼ਨ ਹੁੰਦੇ ਸੀ ਫਿਰ ਆਹਾ ਸੂਰਜ ਚੜ੍ਹ ਗਿਆ। ਹੁਣ ਇਹ ਗੱਲਾਂ ਦੁਨੀਆ ਵਾਲੇ ਜਿਹੜੇ ਨੇ ਉਹ ਸਮਝ ਹੀ ਨਹੀਂ ਸਕਦੇ। ਉਹਨਾਂ ਦੇ ਅਨੁਸਾਰ ਤੇ ਭਾਈ ਨੰਦ ਲਾਲ ਜੀ ਪਾਗਲ ਸੀ। ਤੇ ਵੈਸੇ ਤੇ ਪ੍ਰੇਮੀ ਸਾਰੇ ਹੀ ਪਾਗਲ ਹੁੰਦੇ ਨੇ, ਕਮਲੇ ਹੁੰਦੇ ਨੇ, ਮਸਤਾਨੇ ਹੁੰਦੇ ਨੇ, ਕਿਉਂਕਿ ਉਹਨਾਂ ਦੇ ਵਾਸਤੇ ਉਹ ਇੱਕੋ ਚੀਜ਼ ਹੀ ਮਹੱਤਵਪੂਰਨ ਹੁੰਦੀ ਹੈ। ਇਹ ਪ੍ਰੇਮ ਸਿਰਫ ਕਿਸੇ ਗੁਰੂ ਦਾ, ਕਿਸੇ ਕੁੜੀ ਦਾ, ਮੁੰਡੇ ਦਾ ਨਹੀਂ। ਪ੍ਰੇਮ ਤਾਂ ਪ੍ਰੇਮ ਹੈ ਨਾ। ਜਿਹੜੇ ਦੇਸ਼ ਪ੍ਰੇਮ ਵਾਸਤੇ ਆਪਣਾ ਸਾਰਾ ਘਰ-ਬਾਰ ਵੇਚ ਕੇ ਲਾ ਦਿੰਦੇ ਨੇ, ਆਪਣੀ ਜਾਨ ਤੱਕ ਲਾ ਦਿੰਦੇ ਨੇ, ਲੋਕਾਂ ਦੀ ਨਿਗਾਹ ਦੇ ਵਿੱਚ ਤੇ ਉਹ ਵੀ ਕਮਲੇ ਹੀ ਹੁੰਦੇ ਨੇ। ਕਿਉਂਕਿ ਜਿਹੜੇ ਸਿਆਣੇ ਹੁੰਦੇ ਨੇ ਨਾ, ਉਹ ਦੇਸ਼ ਨਾਲ ਗਦਾਰੀ ਕਰਦੇ ਨੇ ਤੇ ਉਹ ਜਿਹੜੇ ਦੇਸ਼ ਦੇ ਵਿਰੋਧੀ ਹੁੰਦੇ ਨੇ ਉਹਨਾਂ ਤੋਂ ਲਾਭ ਲੈ ਕੇ ਉਹ ਸੁੱਖ ਲੈਂਦੇ ਨੇ। ਜਿਹੜੇ ਦੇਸ਼ ਪ੍ਰੇਮੀ ਹੁੰਦੇ ਨੇ ਉਹ ਸੁੱਖ ਨਹੀਂ ਲੈਂਦੇ, ਉਹ ਕਮਲੇ ਹੁੰਦੇ ਨੇ, ਕਿਉਂਕਿ ਉਹ ਪ੍ਰੇਮ ਦੇ ਵਿੱਚ ਦੇਸ਼ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੰਦੇ। ਇਹ ਤੇ ਵਿਆਖਿਆ ਹੈ ਆਪੋ ਆਪਣੇ ਦ੍ਰਿਸ਼ਟੀਕੋਣ, ਆਪਣਾ ਆਪਣਾ ਸੋਚਣ ਦਾ ਢੰਗ ਹੈ ਕਿ ਕਮਲੇ ਕੌਣ ਨੇ। ਪਰ ਇਹਦੇ 'ਚ ਤੇ ਕੋਈ ਸ਼ੱਕ ਨਹੀਂ ਕਿ ਜਿਹੜੇ ਆਪਣੇ ਤੋਂ ਤਗੜੇ ਸਮੇਂ ਦੀ ਸਰਕਾਰ ਨਾਲ ਜਿਹੜੇ ਬਣਾ ਕੇ ਰੱਖਣਗੇ ਸੁੱਖ ਤਾਂ ਉਹ ਹੀ ਲੈਣਗੇ।
ਉਹ ਸਮੇਂ ਦੀ ਸਰਕਾਰ ਭਾਵੇਂ ਦੇਸੀਆਂ ਦੀ ਹੈ ਭਾਵੇਂ ਵਿਦੇਸ਼ੀਆਂ ਦੀ ਹੈ, ਸੱਤਾਧਾਰੀ ਨਾਲ, ਸੱਤਾ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜਾ ਬਣਾ ਕੇ ਰੱਖੇਗਾ ਸੁੱਖ ਉਹ ਹੀ ਲਵੇਗਾ। ਪਰ ਇਹਦਾ ਇਹ ਮਤਲਬ ਨਹੀਂ ਕਿ ਉਸ ਸੁੱਖ ਵਾਸਤੇ ਸਾਨੂੰ ਉਹਨਾਂ ਮਾੜੇ ਕਰਮਾਂ ਵਾਲੇ ਅਤਿਆਚਾਰੀਆਂ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਮੈਂ ਤਾਂ ਸਿਰਫ ਜੀਵਨ ਦੀ ਸੱਚਾਈ ਦੱਸ ਰਿਹਾ ਆਪ ਜੀ ਨੂੰ। ਪ੍ਰੇਮੀ ਟਕਰਾਉਂਦੇ ਨੇ ਤੇ ਦੇਸ਼ ਪ੍ਰੇਮ ਦੇ ਵਿੱਚ ਆਪਣਾ ਸਭ ਕੁਝ ਵਾਰ ਦਿੰਦੇ ਨੇ, ਜਿਨ੍ਹਾਂ ਵਿੱਚੋਂ ਆਪਾਂ ਨਾਮਧਾਰੀਏ ਵੀ ਹੈਗੇ ਆ। ਸੋ ਸਾਧ ਸੰਗਤ ਜੀ, ਗੁਰੂ ਦਾ ਦਰਸ਼ਨ, ਗੁਰੂ ਦੇ ਦਰਸ਼ਨ ਦਾ ਪ੍ਰੇਮ, ਗੁਰੂ ਦੇ ਦਰਸ਼ਨ ਕਰਨ ਦਾ ਸੁੱਖ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀਆਂ ਦੁਰਲੱਭ ਨੇ ਅਤੇ ਇਹ ਚੰਗੇ ਭਾਗਾਂ ਨਾਲ ਹੀ ਮਿਲਦੀਆਂ ਨੇ। ਗੁਰੂ ਕਿਰਪਾ ਕਰੇ ਤੇ ਸਾਡੇ ਅੰਦਰ ਵਸੇ, ਅਸੀਂ ਉਹ ਦਰਸ਼ਨ ਕਰਕੇ ਸਾਨੂੰ ਸੁੱਖ ਪ੍ਰਾਪਤ ਹੋਵੇ, ਦਰਸ਼ਨ ਕਰਨ ਦਾ ਸੁੱਖ ਪ੍ਰਾਪਤ ਹੋਵੇ, ਸਾਡੇ ਅੰਦਰ ਸ਼ਾਂਤੀ ਹੋਵੇ ਤੇ ਸਾਡਾ ਮਨ ਸ਼ਾਂਤ ਹੋ ਜਾਵੇ। ਫਿਰ ਸਾਡੇ ਅੰਦਰ ਨਿਮਰਤਾ ਆਵੇ। ਜਦੋਂ ਨਿਮਰਤਾ ਆਏਗੀ ਫਿਰ ਕੀ ਹੋਏਗਾ? ਫਿਰ ਕਲੇਸ਼ ਮਿਟ ਜਾਏਗਾ। ਫਿਰ ਕਾਲ ਕਲੇਸ਼ ਮਿਟਾਏ ਸਤਿਗੁਰ, ਫਿਰ ਸਾਡੇ ਪਰਿਵਾਰ ਦਾ ਕਲੇਸ਼ ਮਿਟ ਜਾਏਗਾ। ਉਹ ਵੀ ਇੱਕੋ ਪਾਸੇ ਨਿਮਰਤਾ ਆਇਆ ਨਹੀਂ ਗੱਲ ਬਣਦੀ। ਭਾਵੇਂ ਇੱਕ ਪਾਸੇ ਨਿਮਰਤਾ ਆਇਆ ਵੀ ਲਾਭ ਹੁੰਦਾ, ਪਰ ਦੂਸਰੇ ਪਾਸੇ ਵੀ ਆਉਣੀ ਜ਼ਰੂਰੀ ਹੈ। ਸਾਰਿਆਂ ਵਿੱਚ ਆਉਣੀ ਨਿਮਰਤਾ ਜ਼ਰੂਰੀ ਹੈ। ਨਹੀਂ ਤੇ ਇੱਕ ਨਿਮਰਤਾ ਰੱਖੀ ਜਾਏ, ਦੂਜਾ ਕੁੱਟ ਖਾਈ ਜਾਵੇ, ਗਾਲਾਂ ਕੱਢੀ ਜਾਵੇ, ਉਹਦੇ ਨਾਲ ਵੀ ਕਲੇਸ਼ ਮਿਟਦਾ ਨਹੀਂ। ਨਿਮਰਤਾ ਧਾਰਨ ਵਾਸਤੇ ਅੰਦਰੋਂ ਹੰਕਾਰ ਦੂਰ ਕਰਨਾ ਜ਼ਰੂਰੀ ਹੈ। ਤੇ ਹੰਕਾਰ ਦੂਰ ਕਾਹਦੇ ਨਾਲ ਹੁੰਦਾ? ਸਤਿਗੁਰੂ ਦੇ ਦਰਸ਼ਨ ਕਰਨ ਨਾਲ ਹੰਕਾਰ ਦੂਰ ਹੁੰਦਾ। ਸਤਿਗੁਰ ਦਰਸ਼ਨ ਅਗਨ ਨਿਵਾਰੀ। ਹੰਕਾਰ ਦੀ ਅੱਗ ਜਿਹੜੀ ਹੈ ਉਹ ਸਾਡੇ ਅੰਦਰੋਂ ਬੁਝ ਜਾਂਦੀ ਹੈ ਸਤਿਗੁਰੂ ਦੇ ਦਰਸ਼ਨ ਕਰਨ ਨਾਲ। ਸਤਿਗੁਰ ਭੇਟਤ ਹਉਮੈ ਮਾਰੀ, ਸਤਿਗੁਰ ਸੰਗ ਨਾਹੀ ਮਨ ਡੋਲਾ। ਜੇ ਗੁਰੂ ਦੇ ਨਾਲ ਮਨ ਜੁੜ ਗਿਆ, ਜੇ ਸੱਚੀ ਮੁੱਚੀ ਜੁੜ ਗਿਆ, ਤੇ ਫਿਰ ਉਹ ਡੋਲਦਾ ਨਹੀਂ। ਤੇ ਫਿਰ ਕੀ ਹੈ? ਅੰਮ੍ਰਿਤ ਬਾਣੀ ਗੁਰਮੁਖ ਬੋਲਾ। ਗੁਰੂ ਦੇ ਨਾਲ ਮਨ ਜੁੜ ਗਿਆ, ਇੱਕ ਮਿਕ ਹੋ ਗਿਆ, ਤੇ ਫਿਰ ਕੀ ਹੈ? ਜਿਹੜਾ ਗੁਰਮੁਖ ਹੈ ਨਾ, ਗੁਰੂ ਦੇ ਉਪਦੇਸ਼ ਨੂੰ ਮੰਨਣ ਵਾਲਾ ਗੁਰੂ ਕਾ ਸਿੱਖ, ਉਹ ਕੀ ਕਰਦਾ? ਫਿਰ ਉਹ ਅੰਮ੍ਰਿਤ ਬਾਣੀ ਬੋਲਦਾ। ਅੰਮ੍ਰਿਤ ਬਾਣੀ ਦਾ ਭਾਵ ਹੈ ਮਿੱਠੀ ਬਾਣੀ ਬੋਲਦਾ। ਨਿਵਣ ਸੋ ਅੱਖਰ ਖਿਵਣ ਗੁਣ ਜੇਬਾ ਮਣੀਆਂ ਮੰਤ, ਭਾਵ ਮਿੱਠੀ ਭਾਸ਼ਾ। ਸੋ ਇੱਥੇ ਵੀ ਉਹੀ ਗੱਲ ਹੈ, ਸਤਿਗੁਰ ਸੰਗ ਨਾਹੀ ਮਨ ਡੋਲਾ। ਅੰਮ੍ਰਿਤ ਬਾਣੀ ਗੁਰਮੁਖ ਬੋਲ। ਉਹ ਗੁਰਮੁਖ ਸਿੱਖ ਜਿਹੜਾ ਉਹ ਅੰਮ੍ਰਿਤ ਬਾਣੀ ਬੋਲਦਾ, ਮਿੱਠੀ ਬਾਣੀ ਬੋਲਦਾ। ਤੇ ਉਹ ਮਿੱਠੀ ਭਾਸ਼ਾ ਬੋਲਦਾ, ਨਿਮਰਤਾ ਆ ਗਈ, ਭਾਸ਼ਾ ਮਿੱਠੀ ਹੋ ਗਈ, ਤੇ ਕਲੇਸ਼ ਕਿੱਥੇ ਲੱਭੇਗਾ? ਕਲੇਸ਼ ਨੂੰ ਤੇ ਉਸੇ ਵੇਲੇ ਦੇਸ਼ ਨਿਕਾਲਾ ਹੋ ਜਾਵੇਗਾ। ਤੇ ਫਿਰ ਜੇ ਗਲਤੀ ਕਿਸੇ ਤੋਂ ਹੋ ਵੀ ਗਈ ਤੇ ਫਿਰ ਉਹਨੂੰ ਖਿਮਾ ਕੀਤਾ ਜਾਵੇ ਨਾ। ਉਹ ਵੀ ਗਲਤੀ ਮੰਨ ਲਵੇ ਤੇ ਦੂਸਰਾ ਵੀ ਉਹਨੂੰ ਖਿਮਾ ਕਰ ਦੇਵੇ। ਪਰ ਜੇ ਲਗਾਤਾਰ ਹੀ ਉਸ ਗਲਤੀ ਨੂੰ ਰਟਿਆ ਜਾਵੇ ਕਿ ਨਹੀਂ, ਜੇ ਘਰ ਵਾਲੇ ਨੇ ਆਖਿਆ ਕਿ ਤੂੰ ਇਹਦੇ ਵਿੱਚ ਲਾਲ ਮਿਰਚ ਪਾਉਣੀ ਹੈ ਤੇ ਘਰ ਵਾਲੀ ਆਖੇ ਮੈਂ ਤੇ ਕਾਲੀ ਹੀ ਪਾਉਣੀ ਹੈ, ਤੇ ਮੁੜ ਕੇ ਆਖਿਆ ਵੀ ਮੈਨੂੰ ਘਰ ਵਾਲਾ ਖਿਮਾ ਨਹੀਂ ਕਰਦਾ, ਤੇ ਫਿਰ ਉਹ ਖਿਮਾ ਹੁੰਦਾ ਵੀ ਨਹੀਂਗਾ। ਭਾਵ ਇਹ ਹੈਗਾ ਕਿ ਗਲਤੀ ਭੁਲੇਖੇ ਨਾਲ ਹੋ ਗਈ ਜਾਂ ਕਦੀ ਕਦਾਈ ਜਾਣ ਕੇ ਵੀ ਹੋ ਗਈ, ਉਹ ਤੇ ਖਿਮਾ ਕਰ ਦੇਣੀ ਠੀਕ ਹੈ। ਪਰ ਜਿੱਥੇ ਜਾਣ ਕੇ ਲਗਾਤਾਰ ਕੀਤੀ ਜਾਂਦੀ ਹੈ ਉੱਥੇ ਖਿਮਾ ਵੀ ਨਹੀਂ ਕੀਤੀ ਜਾਂਦੀ। ਇਸ ਕਰਕੇ ਆਪਾਂ ਸਾਰੇ ਹੀ ਇਹ ਯਤਨ ਕਰੀਏ ਕਿ ਕਲੇਸ਼ ਮਿਟ ਸਕੇ, ਆਪਾਂ ਵੀ ਸੌਖੇ ਹੋਈਏ ਤੇ ਸਾਡੇ ਪਰਿਵਾਰ ਦੇ ਜੀਅ ਵੀ ਸੌਖੇ ਹੋ ਜਾਣ। ਸਾਧ ਸੰਗਤ ਜੀ, ਇਹ ਕੋਸ਼ਿਸ਼ ਕਰੋ ਕਿ ਜਿਹੜੀਆਂ ਬੇਨਤੀਆਂ ਮੈਂ ਕਰ ਰਿਹਾ, ਸਤਿਗੁਰੂ ਜੀ ਦਾ ਬਚਨ ਹੈ, ਮੇਰੀ ਤਾਂ ਕੋਈ ਗੱਲ ਨਹੀਂ ਹੈਗੀ, ਉਸ
ਮੇਰੀ ਗੱਲ ਨੂੰ ਧਿਆਨ ਚ ਕਰਦੇ ਹੋਏ, ਸਤਿਗੁਰੂ ਜੀ ਦਾ ਉਪਦੇਸ਼ ਮੰਨਦੇ ਹੋਏ ਤੇ ਆਪ ਜੀ ਜੀਵਨ ਦੇ ਵਿੱਚ ਸੁੱਖ ਲਿਆਓ ਤੇ ਰਲ ਕੇ ਸੁੱਖ ਮਿਲੇਗਾ। ਕਿਉਂਕਿ ਪਰਿਵਾਰ ਤੇ ਚਾਰ ਜੀਆਂ ਨੂੰ ਮਿਲ ਕੇ ਹੀ ਬਣਦਾ ਨਾ, ਕੱਲਾ ਕੱਲਾ ਹੋਵੇ ਤੇ ਉਹ ਪਰਿਵਾਰ ਨਹੀਂ ਬਣਦਾ। ਤੇ ਜਦੋਂ ਚਾਰ ਜੀ ਜਿਹੜੇ ਨੇ ਉਹ ਸਾਰੇ ਹੀ ਇਸ ਗੱਲ ਨੂੰ ਪ੍ਰਵਾਨ ਕਰਨ ਕਿ ਹਾਂ ਬਈ ਆਪਾਂ ਕਲੇਸ਼ ਮਿਟਾਉਣਾ ਹੈ, ਆਪਾਂ ਸੁੱਖ ਲੈਣਾ ਹੈ, ਤੇ ਤਾਂ ਹੀ ਸੁੱਖ ਹੋਵੇਗਾ। ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੋ ਕੁਛ ਪਰਿਵਾਰਾਂ 'ਚ ਹੁੰਦਾ, ਅਗਲਾ ਨਰਕ ਤਾਂ ਕਿਹਨੇ ਵੇਖਿਆ, ਇੱਥੋਂ ਵਾਲਾ ਨਰਕ ਤਾਂ ਫਿਰ ਆਪਣੇ ਸਾਹਮਣੇ ਹੀ ਹੈ। ਇਹ ਜਿੰਨੀਆਂ ਬੇਨਤੀਆਂ ਆਪ ਜੀ ਨੂੰ ਮੈਂ ਕਰ ਰਿਹਾ ਨਾ, ਇਹ ਕੋਈ ਇਹਦੇ ਵਾਸਤੇ ਗ੍ਰੰਥ ਪੜ੍ਹਨ ਦੀ ਲੋੜ ਨਹੀਂ। ਆਪਾਂ ਨੂੰ ਸਭ ਨੂੰ ਪਤਾ, ਆਪਣੇ ਸਾਰਿਆਂ ਦੇ ਪਰਿਵਾਰਾਂ 'ਚ ਇਹ ਚੀਜ਼ਾਂ ਵਾਪਰਦੀਆਂ ਨੇ। ਬਹੁਤ ਸਾਰੇ ਪਤੀ ਜਿਹੜੇ ਨੇ ਪਤਨੀ ਦੇ ਸੁਭਾਅ ਤੋਂ ਤੰਗ ਹੋ ਕੇ ਤੇ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਨੇ ਕਿਸੇ ਨਾ ਕਿਸੇ ਬਹਾਨੇ, ਕਿ ਘਰ ਜਾਣਾ ਤੇ ਕਲੇਸ਼ ਹੋਣਾ ਹੀ ਹੋਣਾ। ਤੇ ਘਰ ਵਾਲੀ ਨੇ ਆਖਣਾ ਤੂੰ ਪਤਾ ਨਹੀਂ ਹੋਰ ਕਿਸੇ ਜਨਾਨੀ ਨਾਲ ਤੁਰਿਆ ਫਿਰਦਾ, ਤੂੰ ਆਉਂਦਾ ਹੀ ਨਹੀਂ ਘਰ, ਰਾਤ ਤੱਕ ਨਹੀਂ ਆਉਂਦਾ, ਕੀ ਕਰਦਾ ਰਹਿੰਦਾ। ਆਉਂਦਿਆਂ ਉਹਨੇ ਫਿਰ ਉਸੇ ਗੱਲ ਤੇ ਹੀ ਲੱਗ ਪੈਣਾ, ਪਰ ਉਹਨੇ ਇਹ ਨਹੀਂ ਮੰਨਣਾ ਕਿ ਮੈਂ ਤੰਗ ਕਰਦੀ ਹਾਂ, ਮੈਂ ਆਖੇ ਨਹੀਂ ਲੱਗਦੀ। ਇਸੇ ਤਰ੍ਹਾਂ ਜਿਹੜਾ ਹੈ ਉਹ ਪਤੀ ਵੀ ਕਰਦੇ ਨੇ। ਨਿੱਕੀ ਨਿੱਕੀ ਗੱਲ ਜਿਹੜੀ ਹੈਗੀ, ਉਹ ਜਿਹੜੀ ਬੜੀ ਯੋਗ ਗੱਲ ਹੈ, ਉਹ ਵੀ ਨਹੀਂ ਮੰਨਦੇ ਘਰ ਵਾਲੀ ਦੀ। ਕਿਵੇਂ? ਘਰ ਵਾਲੀ ਨੇ ਕਿਹਾ ਕਿ ਵੀ ਤੂੰ ਹੋਰਨਾਂ ਨਾਲ ਜੋ ਫੋਨ ਤੇ ਗੱਲਾਂ ਕਰਦਾ ਰਹਿਣਾ ਜਦੋਂ ਟੈਕਸੀ ਚਲਾਉਣਾ ਹੈ, ਜਾਂ ਤੂੰ ਜਦੋਂ ਉੱਥੇ ਕੰਮ ਤੇ ਹੋਣਾ ਟਰੱਕ ਚਲਾਉਣਾ ਤੇ ਤੂੰ ਹੋਰਨਾਂ ਨਾਲ ਗੱਲਾਂ ਕਰਦਾ ਰਹਿਣਾ, ਉਦੋਂ ਮੇਰੇ ਨਾਲ ਵੀ ਗੱਲ ਕਰ ਲਿਆ ਕਰ। ਨਹੀਂ, ਇਹ ਮੈਨੂੰ ਵੇਲ ਨਹੀਂ ਹੁੰਦਾ। ਉਹ ਕਰਦਿਆਂ ਕਰਦਿਆਂ 2 ਸਾਲ 4 ਸਾਲ ਲੰਘੇ। ਉਦੋਂ ਬਾਅਦ ਫਿਰ ਉਹ ਘਰ ਵਾਲੀ ਜਿਹੜੀ ਉਹ ਹੋਰ ਕਿਸੇ ਨਾਲ ਗੱਲਾਂ ਕਰਨ ਲੱਗ ਪੈਂਦੀ, ਕਿਉਂਕਿ ਉਹ ਵੀ ਤਾਂ ਘਰ 'ਚ ਵਿਹਲੀ ਬੈਠੀ ਹੈ ਨਾ। ਉਹ ਆਂਦੀ ਹੈ ਵੀ ਜੇ ਪਤੀ ਨੂੰ ਮੇਰੇ ਨਾਲ ਗੱਲ ਕਰਨ ਦਾ ਵੇਲ ਨਹੀਂ ਤੇ ਜਿਹਨੂੰ ਮੇਰੇ ਨਾਲ ਗੱਲ ਕਰਨ ਦਾ ਵੇਲ ਉਹ ਉਹਦੇ ਨਾਲ ਗੱਲ ਕਰਨ ਲੱਗ ਪੈਂਦੀ ਹੈ। ਇਹ ਨਿੱਕੀਆਂ ਨਿੱਕੀਆਂ ਲੋੜਾਂ ਨੇ ਸਾਡੇ ਮਨ ਦੀਆਂ ਤੇ ਤਨ ਦੀਆਂ, ਉਹ ਅਸੀਂ ਜਦੋਂ ਪੂਰੀਆਂ ਨਹੀਂ ਕਰਦੇ, ਬੇਧਿਆਨੀ ਕਰ ਜਾਂਦੇ ਹਾਂ। ਆਖੇ ਤੋਂ ਵੀ ਜਦੋਂ ਨਹੀਂ ਪੂਰੀਆਂ ਕਰਦੇ, ਫਿਰ ਬੇਸੁਆਦੀ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਹੌਲੀ ਹੌਲੀ ਕਲੇਸ਼ ਦਾ ਰੂਪ ਲੈਂਦੀ ਹੈ ਤੇ ਹੌਲੀ ਹੌਲੀ ਭਿਆਨਕ ਰੂਪ ਧਾਰ ਜਾਂਦੀ ਹੈ। ਸੋ ਇਹ ਯਤਨ ਕਰੋ, ਜਿਹੜੀ ਗੱਲ ਮੈਂ ਸ਼ੁਰੂ 'ਚ ਦੱਸੀ ਹੈ ਕਿ ਗੁਰੂ ਦੇ ਦਰਸ਼ਨ ਕਰਕੇ ਸਾਡੇ ਅੰਦਰੋਂ ਸਾਡੀ ਹੰਕਾਰ ਦੀ ਅੱਗ ਬੁਝ ਜਾਵੇ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹਉਮੈ ਮਾਰੀ। ਉਹਦੇ ਨਾਲ ਹੰਕਾਰ ਸਾਡਾ ਦੂਰ ਹੋ ਜਾਵੇ। ਸਤਿਗੁਰ ਸੰਗ ਨਾਹੀਂ ਮਨ ਡੋਲੇ, ਤੇ ਫਿਰ ਅੰਮ੍ਰਿਤ ਬਾਣੀ ਗੁਰਮੁਖ ਬੋਲੇ। ਗੁਰੂ ਦੇ ਚਰਨੀ ਲੱਗ ਕੇ ਅਸੀਂ ਗੁਰਮੁਖ ਬਣੀਏ, ਗੁਰੂ ਕਾ ਉਪਦੇਸ਼ ਮੰਨ ਕੇ, ਅਤੇ ਮਿੱਠੀ ਬਾਣੀ ਅੰਮ੍ਰਿਤ ਬਾਣੀ ਅਸੀਂ ਬੋਲੀਏ, ਤਾਂ ਕਿ ਸਾਡੇ ਪਰਿਵਾਰਾਂ ਦੇ ਵਿੱਚ ਕਲੇਸ਼ ਨਾ ਹੋਵੇ। ਔਰ ਜੇ ਕੋਈ ਗਲਤੀ ਕੁਦਰਤੀ ਕਰ ਦੇਵੇ, ਹੋ ਜਾਵੇ ਭੁਲੇਖੇ ਨਾਲ, ਉਹਨੂੰ ਖਿਮਾ ਕਰ ਦਈਏ। ਤੇ ਗਲਤੀਆਂ ਕਰਨ ਵਾਲੇ ਵੀ ਜਾਣ ਕੇ ਲਗਾਤਾਰ ਗਲਤੀਆਂ ਨਾ ਕਰਿਆ ਕਰ। ਇੱਕ ਛੋਟੀ ਜਿਹੀ ਹੋਰ ਗੱਲ ਆਪ ਜੀ ਦੇ ਧਿਆਨ 'ਚ ਲਿਆ ਦੇਵਾਂ ਕਿ ਪਰਿਵਾਰ ਦੇ ਵਿੱਚ ਇਹ ਕੋਸ਼ਿਸ਼ ਕਰੋ ਕਿ ਪਤੀ ਪਤਨੀ ਨੇ ਜਿਹੜੀ ਵੀ ਕੋਈ ਗੱਲ ਬਹਿਸ ਵਾਲੀ ਕਰਨੀ ਹੋਵੇ, ਗਰਮਾ ਗਰਮ ਗੱਲ ਕਰਨੀ ਹੋਵੇ, ਉਹ ਸਾਰੇ ਪਰਿਵਾਰ ਦੇ ਸਾਹਮਣੇ ਨਾ ਹੋਵੇ। ਵਿਸ਼ੇਸ਼ ਰੂਪ 'ਚ ਬੱਚਿਆਂ ਦੇ ਸਾਹਮਣੇ ਉਹ ਗੱਲ ਨਾ ਕੀਤੀ ਜਾਵੇ। ਤੇ ਜੇ ਪ੍ਰਾਹੁਣੇ ਆਏ ਹੋਣ ਤੇ ਉਹਨਾਂ ਦੇ ਸਾਹਮਣੇ ਤੇ ਜੁੱਤੀਓ ਜੁੱਤੀ ਪੂਰਾ ਹੀ ਹੋਣਾ ਚਾਹੀਦਾ, ਕਿਉਂਕਿ ਪ੍ਰਾਹੁਣਿਆਂ ਨੂੰ ਪਤਾ ਲੱਗੇ ਕਿ ਇਸ ਪਰਿਵਾਰ 'ਚ ਕਿੰਨਾ ਕੁ ਸੁੱਖ ਹੈ। ਮੇਰੀ ਗੱਲ ਧਿਆਨ ਨਾਲ ਸਮਝਿਓ ਕਿ ਮੈਂ ਇਹ ਬੇਨਤੀ ਕੀਤੀ ਹੈ ਕਿ ਪਰਿਵਾਰ ਦੇ ਵਿੱਚ ਪਤੀ ਪਤਨੀ ਦੀ ਕੋਈ ਨਾ ਕੋਈ ਬਹਿਸ ਤਾਂ ਹੋਣੀ ਹੀ ਹੁੰਦੀ ਹੈ। ਉਹ ਜਿਹੜੀ ਬਹਿਸ ਹੈ ਉਹ ਪਰਿਵਾਰ ਦੇ ਸਾਹਮਣੇ ਵੀ ਨਾ ਕੀਤੀ ਜਾਵੇ, ਬੱਚਿਆਂ ਦੇ ਸਾਹਮਣੇ ਵੀ ਨਾ ਕੀਤੀ ਜਾਵੇ, ਤੇ ਪ੍ਰਾਹੁਣਿਆਂ ਦੇ ਸਾਹਮਣੇ ਆਇਆਂ ਦੇ ਬਿਲਕੁਲ ਨਾ ਕੀਤੀ ਜਾਵੇ। ਅੰਦਰ ਵੜ ਕੇ ਜਿਹੜੀ ਗੱਲ ਕਰਨੀ ਹੈ ਉਹ ਕਰ ਲਓ। ਸ਼ਾਂਤੀ ਪੂਰਵਕ ਕਰੀਏ, ਚੰਗੇ ਸ਼ਬਦਾਂ ਵਿੱਚ ਕਰੀਏ, ਚੁਭਵੇਂ ਸ਼ਬਦਾਂ ਵਿੱਚ ਨਾ ਕਰੀਏ, ਤਾਂ ਕਿ ਸੁੱਖ ਸ਼ਾਂਤੀ ਪਰਿਵਾਰ ਵਿੱਚ ਬਣਿਆ ਰਵੇ।
ਇਸ ਕਰਕੇ ਇੰਨੀਆਂ ਬੇਨਤੀਆਂ ਅੱਜ ਪ੍ਰਵਾਨ ਕਰੋ। ਕਾਲ ਕਲੇਸ਼ ਮਿਟਾਏ ਸਤਿਗੁਰ। ਸਤਿਗੁਰੂ ਦੇ ਚਰਨੀ ਲੱਗ ਕੇ ਕਲੇਸ਼ ਮਿਟਣਾ ਚਾਹੀਦਾ, ਤਾਂ ਹੀ ਸਾਨੂੰ ਗੁਰੂ ਚਰਨੀ ਲੱਗਣ ਦਾ ਸੱਚੀ ਮੁੱਚੀ ਲਾਭ ਹੈ। ਸੋ ਸਾਧ ਸੰਗਤ ਜੀ, ਆਪਣੀ ਰਸਨਾ ਪਵਿੱਤਰ ਕਰੋ ਤੇ ਸਾਰੇ ਹੀ ਆਖੋ ਧੰਨ ਸਤਿਗੁਰੂ ਅਮਰਦਾਸ ਜੀ, ਧੰਨ ਸਤਿਗੁਰੂ ਜਗਜੀਤ ਸਿੰਘ ਜੀ। ਕਾਲ ਕਲੇਸ਼ ਮਿਟਾਏ ਸਤਿਗੁਰ। ਸਤਿਗੁਰੂ ਆਪਣੇ ਸਿੱਖਾਂ ਦੇ ਕਲੇਸ਼ ਮਿਟਾ ਦਿੰਦਾ, ਉਹਨਾਂ ਦੇ ਦੁੱਖ ਮਿਟਾ ਦਿੰਦਾ। ਦੁੱਖ ਮਿਟਾਉਣ ਵਾਸਤੇ ਹੀ, ਸੁੱਖਾਂ ਦੀ ਪ੍ਰਾਪਤੀ ਕਰਨ ਵਾਸਤੇ ਆਪਾਂ ਗੁਰੂ ਦੇ ਚਰਨੀ ਲੱਗਦੇ ਹਾਂ, ਆਪਾਂ ਗੁਰੂ ਧਾਰਨ ਕਰਦੇ ਹਾਂ। ਦੁੱਖ ਤੇ ਸੁੱਖ ਕਈ ਪ੍ਰਕਾਰ ਦੇ ਨੇ। ਇਸ ਸੰਸਾਰ ਦੇ ਦੁੱਖ, ਜਮਰਾਜ ਦੇ, ਜਮਗਣਾਂ ਦੇ ਦੁੱਖ ਤੇ ਅਗਲੇ ਸੰਸਾਰ ਦੇ ਦੁੱਖ, ਕਈਆਂ ਜੂਨਾਂ ਦੇ ਦੁੱਖ। ਸੋ ਸਤਿਗੁਰੂ ਦੇ ਚਰਨੀ ਲੱਗਿਆਂ ਹਰ ਪ੍ਰਕਾਰ ਦੇ ਦੁੱਖ ਮਿਟ ਜਾਂਦੇ, ਪਰ ਮਿਟਦੇ ਤਾਂ ਨੇ ਜੇ ਆਪਾਂ ਸਤਿਗੁਰੂ ਦਾ ਬਚਨ ਮੰਨੀਏ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਤੋਂ ਇੱਥੇ ਮਤਲਬ ਗੁਰੂ ਦਾ ਬਚਨ, ਗੁਰੂ ਦੇ ਹੁਕਮ ਵਿੱਚ ਜਿਹੜਾ ਆਉਂਦਾ ਹੈ, ਉਹ ਹੀ ਅਸਲੀ ਸਿੱਖ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੁਣਿਆ ਸਿੱਖੀ ਕੰਨੇ। ਕੰਨਾਂ ਨਾਲ ਸਤਿਗੁਰੂ ਦਾ ਉਪਦੇਸ਼ ਸੁਣ ਕੇ ਤੇ ਮਨ ਵਿੱਚ ਵਸਾ ਕੇ ਫਿਰ ਕੀ ਕੀਤਾ, ਉਸ ਉਪਦੇਸ਼ ਨੂੰ ਕਮਾਇਆ। ਤੇ ਗੁਰ ਕਾ ਬਚਨ ਕਮਾਵਣੇ, ਗੁਰੂ ਦਾ ਬਚਨ ਕਮਾਉਣਾ, ਮੰਨਣਾ। ਸੋ ਇਸ ਕਰਕੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਪਿਆਰਿਓ, ਜਿਹੜਾ ਗੁਰੂ ਦਾ ਬਚਨ ਮੰਨਦਾ ਉਹ ਹੀ ਸਿੱਖ ਦੱਸਿਆ ਗਿਆ ਗੁਰਬਾਣੀ ਅਨੁਸਾਰ। ਤੇ ਗੁਰੂ ਦੇ ਬਚਨ ਜੇ ਆਪਾਂ ਮੰਨਾਂਗੇ, ਫਿਰ ਆਪਾਂ ਪੱਕੀ ਗੱਲ ਸੁਖੀ ਹੋਵਾਂਗੇ। ਮੈਂ ਆਪ ਜੀ ਨੂੰ ਕਈ ਬਚਨ ਗੁਰੂ ਜੀ ਦੇ ਪਿਛਲੇ ਦਿਨਾਂ ਵਿੱਚ ਦੱਸ ਚੁੱਕਿਆ। ਹੋ ਸਕਦਾ ਉਹ ਬਚਨ ਮੰਨਣ ਨਾਲ ਆਪ ਜੀ ਨੂੰ ਲਾਭ ਹੋਇਆ ਹੋਵੇ। ਉਹਨਾਂ ਬਚਨਾਂ ਦੇ ਨਾਲ ਸੰਬੰਧਿਤ ਹੀ ਇੱਕ ਬਚਨ ਹੋਰ ਦੱਸਣ ਲੱਗਾ। ਉਹ ਬਚਨ ਜਿਹੜੇ ਨੇ, ਕਿੰਨੇ ਕੁ ਆਪਾਂ ਆਪਣੇ ਜੀਵਨ ਵਿੱਚ ਢਾਲੇ ਨੇ, ਜਰਾ ਆਪੋ ਆਪਣੇ ਅੰਦਰ ਝਾਤੀ ਮਾਰਿਓ ਅਤੇ ਵਿਸ਼ਲੇਸ਼ਣ ਕਰੋ, ਆਤਮ ਵਿਸ਼ਲੇਸ਼ਣ ਕਰੋ ਕਿ ਅਸੀਂ ਉਹ ਬਚਨ ਕਿੰਨੇ ਕੁ ਮੰਨੇ ਤੇ ਉਹਦੇ ਨਾਲ ਸਾਨੂੰ ਕਿੰਨਾ ਕੁ ਘਾਟਾ ਪਿਆ, ਕਿੰਨਾ ਘਾਟਾ ਪਿਆ ਤੇ ਕਿੰਨਾ ਲਾਭ ਹੋਇਆ। ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਨਿਵਣ ਸੋ ਅੱਖਰ ਖਿਵਣ ਗੁਣ, ਜੇ ਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਏ ਕਰ। ਮਿੱਠਾ ਬੋਲਣਾ, ਖਿਮਾ ਕਰ ਦੇਣੀ, ਕਿਸੇ ਗਲਤੀ ਤੋਂ ਕਿਸੇ ਨੂੰ ਖਿਮਾ ਕਰ ਦੇਣੀ, ਲਗਾਤਾਰ ਕਰਨ ਵਾਲੇ ਨੂੰ ਨਹੀਂ। ਮਿੱਠਾ ਬੋਲਣਾ, ਖਿਮਾ ਕਰਨੀ ਤੇ ਨਿਮਰਤਾ ਰੱਖਣੀ। ਇਸੇ ਤਰ੍ਹਾਂ ਦੇ 3-4 ਹੋਰ ਵੀ ਮੈਂ ਆਪ ਜੀ ਨੂੰ ਗੁਰੂ ਕੇ ਬਚਨ ਦੱਸੇ ਸਨ। ਇੱਕ ਬਚਨ ਥੋੜਾ ਜਿਹਾ ਆਪ ਜੀ ਨੂੰ ਗੁਰੂ ਕਾ ਅੱਗੇ ਵੀ ਦੱਸਿਆ ਸੀ, ਅੱਜ ਉਹਦਾ ਵਿਸਤਾਰ ਕਰਾਂਗਾ। ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਦੀ ਚੰਗੀ ਕੀਤੀ ਨੂੰ ਭੁੱਲੋ ਨਾ, ਕਿਸੇ ਦੀ ਚੰਗੀ ਕੀਤੀ ਨੂੰ ਯਾਦ ਰੱਖੀਏ ਤਾਂ ਫਿਰ ਆਪਣੇ ਘਰ ਵਿੱਚ ਕਲੇਸ਼ ਘੱਟ ਪੈਂਦਾ, ਬਿਲਕੁਲ ਨਹੀਂ ਪੈਂਦਾ। ਕਿਉਂਕਿ ਸਾਨੂੰ ਪਹਿਲੀ ਗੱਲ ਹੈ, ਗੁੱਸਾ ਕਦੋਂ ਆਉਂਦਾ? ਕਲੇਸ਼ ਆਉਣ ਤੋਂ ਪਹਿਲਾਂ ਗੁੱਸਾ ਆਉਂਦਾ। ਗੁੱਸਾ ਕਦੋਂ ਆਉਂਦਾ? ਗੁੱਸਾ ਸਾਨੂੰ ਉਦੋਂ ਆਉਂਦਾ ਜਦੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਿਸੇ ਨੇ ਸਾਡੀ ਇੱਛਾ ਦੇ ਵਿਰੁੱਧ ਕੋਈ ਕੰਮ ਕੀਤਾ, ਕਰਨ ਜਾ ਰਿਹਾ, ਉਹ ਕੰਮ ਹੋ ਰਿਹਾ ਮੇਰੀ ਇੱਛਾ ਦੇ ਵਿਰੁੱਧ ਹੈ ਅਤੇ ਇਹ ਬਹੁਤ ਗਲਤ ਕੰਮ ਕਰ ਰਿਹਾ, ਮੈਨੂੰ ਦੁਖੀ ਕਰ ਰਿਹਾ।
ਹੁਣ ਉਸ ਮੌਕੇ ਤੇ ਜਦੋਂ ਸਾਨੂੰ ਗੁੱਸਾ ਆਉਂਦਾ, ਫਿਰ ਗੁੱਸਾ ਆਉਣ ਤੋਂ ਬਾਅਦ ਉਹ ਆਪਾਂ ਗੁੱਸੇ ਦਾ ਪ੍ਰਗਟਾਵਾ ਕਿਸੇ ਨਾ ਕਿਸੇ ਰੂਪ 'ਚ ਕਰ ਦਿੰਦੇ ਹਾਂ। ਜੇ ਤਗੜੇ ਆ ਤਾਂ ਮਾੜੇ ਨੂੰ ਠੋਕ ਦਿੰਦੇ ਹਾਂ, ਜੇ ਆਪਾਂ ਮਾੜੇ ਆ ਤੇ ਚੀਂ ਚੀਂ ਕਰ ਲੈਂਦੇ ਆ, ਤੇ ਜਾਂ ਕਿਸੇ ਨੂੰ ਕਹਿ ਦਿੰਦੇ ਆ ਕਿ ਤੂੰ ਆ ਕਿਉਂ ਕੀਤਾ ਸੀ। ਆਪਣਾ ਗੁੱਸਾ ਕਿਸੇ ਨਾ ਕਿਸੇ ਰੂਪ 'ਚ ਕੱਢਦੇ ਆ ਤੇ ਮਾੜੇ ਸ਼ਬਦਾਂ 'ਚ ਕੱਢਦੇ ਆ। ਅੱਗੋਂ ਫਿਰ ਉਹ ਫੇਰ ਕੱਢ ਦਿੰਦਾ, ਅੱਗੋਂ ਭਾਵੇਂ ਉਹ ਤਗੜਾ ਜਾਂ ਮਾੜਾ, ਉਹ ਆਪਣੇ ਤਰੀਕੇ ਨਾਲ ਅੱਗੋਂ ਫਿਰ ਗੁੱਸਾ ਕੱਢਦਾ। ਸੋ ਆਪਾਂ ਜਦੋਂ ਗੁੱਸਾ ਸਾਨੂੰ ਕਿਸੇ ਤੇ ਆਉਂਦਾ ਹੈ ਤੇ ਲਗਾਤਾਰ ਹੀ ਆਈ ਜਾਂਦਾ, ਫਿਰ ਉਹਦੀ ਇੱਕ ਲੜੀ ਸ਼ੁਰੂ ਹੋ ਜਾਂਦੀ ਹੈ, ਗੇੜ ਚੱਲਦਾ ਹੈ। ਜਿਵੇਂ ਟਿੰਡਾਂ ਦਾ ਪੁਰਾਣੇ ਜ਼ਮਾਨੇ 'ਚ ਚੱਲਦਾ ਹੁੰਦਾ ਸੀ, ਉਹ ਇੱਕ ਗੇੜ ਚੱਲਦਾ। ਇਹ ਬਹੁਤ ਭੈੜਾ, ਇਹ ਬਹੁਤ ਭੈੜੀ ਹੈ। ਕਿਸੇ ਵੀ ਤਰ੍ਹਾਂ ਦਾ ਜੋ ਵੀ ਸਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, ਉਹਨਾਂ ਦਾ ਇੱਕ ਜਿਹੜਾ ਗੇੜ ਚੱਲਦਾ ਹੈ, ਉਹ ਫਿਰ ਲਗਾਤਾਰ ਚੱਲਦਾ ਚੱਲਦਾ ਫਿਰ ਹੌਲੀ 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 ਵੱਡਾ ਹੋਈ ਜਾਂਦਾ। ਜਿਵੇਂ ਛੋਟੇ ਜਿਹੇ ਕੋਲੇ ਤੋਂ ਅੱਗ ਬਣਨੀ ਸ਼ੁਰੂ ਹੁੰਦੀ ਹੈ। ਇੱਥੇ ਅਮਰੀਕਾ ਵਗੈਰਾ ਦੇ ਵਿੱਚ ਵੱਡੇ ਵੱਡੇ ਜੰਗਲ ਨੇ, ਕੈਲੀਫੋਰਨੀਆ 'ਚ, ਇੱਥੇ ਬਾਰਿਸ਼ ਬਹੁਤ ਘੱਟ ਹੁੰਦੀ ਹੈ। ਉਹ ਸੁੱਕੇ ਜੰਗਲਾਂ ਦੇ ਵਿੱਚ ਬੜੀ ਅੱਗ ਲੱਗਦੀ, ਕਈ ਵਾਰੀ ਤੇ ਸ਼ਹਿਰ ਹੀ ਪੂਰਾ ਸਾੜ ਦਿੰਦੀ ਉਹ ਜੰਗਲਾਂ ਦੀ ਅੱਗ। ਉਹ ਜੰਗਲਾਂ 'ਚ ਅੱਗ ਲੱਗਣ ਦਾ ਇੱਕ ਕਾਰਨ ਇਹ ਹੁੰਦਾ ਕਿ ਲੋਕ ਸਿਗਰਟਾਂ ਪੀਂਦੇ ਨੇ, ਉਹ ਪੀਂਦੇ ਪੀਂਦੇ ਉਹਦਾ ਛੋਟਾ ਜਿਹਾ ਬੁਝਿਆ ਹੋਇਆ ਟੋਟਾ ਰਹਿੰਦਾ, ਉਹਨੂੰ ਚੁੱਕ ਕੇ ਸੁੱਟ ਦਿੰਦੇ ਨੇ। ਉਹ ਕਿੰਨਾ ਨਿੱਕਾ ਜਿਹਾ ਹੁੰਦਾ, ਸਾਰੇ ਜੰਗਲ ਨੂੰ ਅੱਗ ਲਾ ਦਿੰਦਾ ਨੇ। ਇਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਸਾਡੇ ਘਰ ਨੂੰ ਬਰਬਾਦ ਕਰ ਦਿੰਦੀਆਂ ਨੇ, ਸਾਡੇ ਪਰਿਵਾਰ ਨੂੰ ਉਜਾੜ ਦਿੰਦੀਆਂ ਨੇ। ਨਿੱਕੀ ਜਿਹੀ ਚਿੰਗਾਰੀ ਅੱਗ ਦਾ ਵੱਡੀ ਵੱਡੀ ਦਾ ਭਿਆਨਕ ਰੂਪ ਲੈ ਜਾਂਦੀ ਹੈ ਜਦੋਂ ਸਾਡੇ ਅੰਦਰ ਇੱਕ ਲੜੀ ਚੱਲਦੀ ਹੈ। ਜਦੋਂ ਆਪ ਜੀ ਵਿਚਾਰੋਗੇ ਮੇਰੀ ਗੱਲ ਨੂੰ ਕਿ ਹਰ ਇੱਕ ਮਨੁੱਖ ਦੇ ਅੰਦਰ ਇੱਕ ਲੜੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇਹ ਬਹੁਤ ਭੈੜਾ ਹੈ, ਇਹ ਬਹੁਤ ਚੰਗਾ। ਭੈੜਾ ਭੈੜੀ ਕੁਛ ਵੀ ਜੋ ਅਸੀਂ ਆਖਣਾ ਉਹਨੂੰ ਆਖੀ ਜਾਂਦੇ ਹਾਂ, ਅੰਦਰੋਂ ਅੰਦਰ ਕੁੜੀ ਜਾਂਦੇ ਹਾਂ। ਸੱਚੇ ਪਾਤਸ਼ਾਹ ਦਾ ਬਚਨ ਹੈ, ਪਰ ਕਾ ਬੁਰਾ ਨਾ ਰੱਖੋ ਚੀਤ। ਚਿੱਤ ਦੇ ਵਿੱਚ ਕਿਸੇ ਦਾ ਬੁਰਾ ਨਾ ਰੱਖ। ਕਿਸੇ ਨੂੰ ਕੁੱਟਣਾ ਤਾਂ ਕੁੱਟ ਦੇ ਨਾ, ਉਹ ਵੱਖਰੀ ਗੱਲ ਹੈ, ਪਰ ਜਦੋਂ ਆਪਾਂ ਅੰਦਰੋਂ ਅੰਦਰ ਰਿੱਝਦੇ ਹਾਂ ਨਾ, ਉਹ ਕਿਸੇ ਦਾ ਕੁਝ ਨਹੀਂ ਵਿਗੜਦਾ, ਸਾਡਾ ਹੀ ਨੁਕਸਾਨ ਹੁੰਦਾ। ਸੋ ਆਪਾਂ ਜਦੋਂ ਲਗਾਤਾਰ ਕਿਸੇ ਤੇ ਔਖੇ ਹੁੰਦੇ ਆ, ਤੇ ਔਖੇ ਇਸ ਕਰਕੇ ਹੁੰਦੇ ਆ ਕਿ ਕੋਈ ਸਾਨੂੰ ਤੰਗ ਕਰ ਰਿਹਾ, ਕੋਈ ਗਲਤ ਕੰਮ ਕਰ ਰਿਹਾ ਤੇ ਲਗਾਤਾਰ ਕਰੀ ਜਾ ਰਿਹਾ। ਅਸੀਂ ਉਹ ਕਰੀ ਜਾ ਰਿਹਾ ਜਾਂ ਨਹੀਂ, ਅਸੀਂ ਜ਼ਰੂਰ ਸੋਚ ਲੈਂਦੇ ਕਿ ਉਹ ਕਰੀ ਜਾ ਰਿਹਾ, ਤੇ ਅਸੀਂ ਔਖੇ ਹੋਈ ਜਾਂਦੇ। ਜਦੋਂ ਉਹ ਸਾਡਾ ਪਰਿਵਾਰਕ ਜੀ ਹੋ ਸਕਦਾ ਸੱਚੀ ਮੁੱਚੀ ਸਾਨੂੰ ਤੰਗ ਕਰਦਾ ਹੋਵੇ, ਹੋ ਸਕਦਾ ਕੋਈ ਗਲਤ ਕੰਮ ਵੀ ਕਰਦਾ ਹੋਵੇ, ਉਹ ਕਰਦਾ ਜਾਂ ਨਹੀਂ ਕਰਦਾ, ਪਰ ਆਪਾਂ ਜ਼ਰੂਰ ਔਖੇ ਹੋਈ ਜਾਂਦੇ। ਆਪਾਂ ਨੂੰ ਸੌਖੇ ਹੋਣ ਦੀ ਲੋੜ ਹੈ, ਆਪਾਂ ਨੂੰ ਸੌਖੇ ਹੋਣ ਦੀ ਲੋੜ ਹੈ। ਤੇ ਸੌਖੇ ਕਿਵੇਂ ਹੋਵਾਂਗੇ, ਸੋਚੋ ਜਰਾ। ਪੰਜਾਬੀ ਦੀ ਕਹਾਵਤ ਹੈ ਕਿ ਹਸਾਏ ਦਾ ਨਾਮ ਨਹੀਂ ਹੁੰਦਾ, ਰਵਾਏ ਦਾ ਨਾਮ ਹੋ ਜਾਂਦਾ। ਕਿਸੇ ਨੇ 99 ਵਾਰੀ ਤੁਹਾਡੇ ਮਨ ਦੀ ਇੱਛਾ ਪੂਰੀ ਕੀਤੀ ਹੋਵੇ, 99 ਵਾਰੀ ਤੁਹਾਨੂੰ ਟਾਫੀਆਂ ਲਿਆ ਕੇ ਦਿੱਤੀਆਂ ਹੋਣ, ਜਿਹੜੀ ਇੱਕ ਵਾਰੀ ਨਹੀਂ ਦਿੱਤੀ ਨਾ, ਉਹ ਹੀ ਚੇਤਾ ਰਹਿਣੀ ਹੈ, 99 ਵਾਰੀ ਦਾ ਚੇਤਾ ਨਹੀਂ ਰਹਿਣਾ। ਸੋ ਆਪਾਂ ਨੂੰ ਕਿਸੇ ਦੀ ਚੰਗੀ ਕੀਤੀ ਨੂੰ ਚੇਤਾ ਰੱਖਣ ਦੀ ਲੋੜ ਹੈ। ਜੇ ਆਪਾਂ ਕਿਸੇ ਦੀ ਚੰਗੀ ਕੀਤੀ ਨੂੰ ਵੀ ਇੱਕ ਹੱਥ ਵਿੱਚ ਤੋਲ ਲਵਾਂਗੇ ਨਾ, ਤੇ ਫਿਰ ਜਿਹੜੀ ਉਹਦੀ ਮਾੜੀ ਕੀਤੀ ਹੈ ਦੂਸਰੇ ਹੱਥ ਵਿੱਚ, ਉਹ ਹੱਥ ਨੀਵਾਂ ਹੋ ਜਾਏਗਾ, ਉਹ ਤੱਕੜੀ ਦਾ ਪਾਸਾ ਨੀਵਾਂ ਹੋ ਜਾਏਗਾ। ਕਿਉਂ? ਕਿਉਂਕਿ ਜਦੋਂ ਆਪਾਂ ਨੂੰ ਗੁੱਸਾ ਉਦੋਂ ਹੀ ਆਉਂਦਾ ਨਾ ਜਦੋਂ ਆਪਾਂ ਸੋਚਦੇ ਹਾਂ ਕਿ ਇਹਨੇ ਮੈਨੂੰ ਬਹੁਤ ਤੰਗ ਕੀਤਾ, ਮੇਰੇ ਨਾਲ ਬਹੁਤ ਮਾੜੀ ਕੀਤੀ ਹੈ। ਜਦੋਂ ਆਪਾਂ ਇਹ ਸੋਚਾਂਗੇ ਇਹਨੇ ਤੇ ਚੰਗੀ ਵੀ ਕੀਤੀ ਸੀ, ਇਹਨੇ ਤੇ ਇੰਨੇ ਕੰਮ ਚੰਗੇ ਵੀ ਕੀਤੇ ਸਨ, ਫਿਰ ਮਨ ਬਹੁਤ ਸ਼ਾਂਤ ਹੋ ਜਾਂਦਾ। ਸੋ ਜਿਹੜਾ ਕਿਸੇ ਦੀ ਚੰਗੀ ਕੀਤੀ ਨੂੰ ਨਹੀਂ ਮੰਨਦਾ, ਨਹੀਂ ਚੇਤੇ ਰੱਖਦਾ, ਉਹਨੂੰ ਗੁਰਬਾਣੀ ਵਿੱਚ ਕੀ ਲਿਖਿਆ ਹੈ? ਅਕਿਰਤ ਕਾਣ। ਐੜਾ ਕੱਕਾ ਰਾਰਾ ਤੱਤਾ ਘੱਗਾ ਤੇ ਅਣਾਣਾ। ਅਕਿਰਤ ਕਾਣ, ਕਿਸੇ ਦੀ ਕੀਤੀ ਨੂੰ ਨਾ ਜਾਣਨ ਵਾਲਾ,
ਉਹ ਅਕਿਰਤ ਘਣ ਜਿਹੜਾ ਉਹਦੇ ਵਾਸਤੇ ਲਿਖਿਆ, ਅਕਿਰਤ ਘਣਾ ਕਉ ਰੱਖੈ ਨਾ ਕੋਈ, ਅਕਿਰਤ ਘਣਾ ਕਉ ਰੱਖੈ ਨਾ ਕੋਈ, ਉਹਨਾਂ ਨੂੰ ਕੋਈ ਨਹੀਂ ਰੱਖਦਾ। ਤੇ ਫਿਰ ਕੀ ਹੁੰਦਾ, ਨਰਕ ਘੋਰ ਮੈਂ ਪਾਵਣਾ, ਉਹਨਾਂ ਨੂੰ ਘੋਰ ਅੰਧ ਨਰਕ, ਕੁੰਭੀ ਨਰਕ ਦੇ ਵਿੱਚ ਉਹਨਾਂ ਨੂੰ ਅੱਗੇ ਜਾ ਕੇ ਵੀ ਸੁੱਟਿਆ ਜਾਂਦਾ, ਜਿਹੜੇ ਕਿਸੇ ਦੇ ਕੀਤੀ ਨੂੰ ਚੇਤਾ ਨਹੀਂ ਰੱਖਦੇ। ਇਹਦੀ ਵਿਆਖਿਆ ਜਿੰਨੀ ਮਰਜ਼ੀ ਲੰਬੀ ਚੌੜੀ ਕਰੀ ਜਾਈਏ, ਪਰਿਵਾਰਾਂ ਦੇ ਵਿੱਚ ਇਹੋ ਜਿਹਾ ਬਹੁਤ ਕੁਝ ਹੁੰਦਾ ਹੈ, ਪਰ ਆਪਾਂ ਸਾਰਿਆਂ ਨੂੰ ਵਿਸ਼ੇਸ਼ ਰੂਪ ਵਿੱਚ ਮਾਤਾ ਪਿਤਾ ਦੀ ਕੀਤੀ ਚੰਗੀ ਨੂੰ ਸਦਾ ਹੀ ਚੇਤਾ ਰੱਖਣਾ ਚਾਹੀਦਾ। ਆਪਾਂ ਮਾਤਾ ਪਿਤਾ ਦਾ ਦੇਣ ਨਹੀਂ ਦੇ ਸਕਦੇ। ਜੇ ਮਾਂ ਪਿਓ ਦੀ ਕੀਤੀ ਨੂੰ ਭੁੱਲ ਜਾਂਦੇ ਹਾਂ ਤੇ ਆਪਾਂ ਅਕਿਰਤ ਘਾਣਾ, ਔਰ ਅਕਿਰਤ ਘਣ, ਅਕਿਰਤ ਘਣਤਾ ਸਭ ਪਾਪਾਂ ਤੋਂ ਵੱਡਾ ਪਾਪ ਹੈ। ਮਾਤਾ ਪਿਤਾ ਦਾ ਦੇਣ ਤਾਂ ਦੇ ਹੀ ਨਹੀਂ ਸਕਦੇ। ਆਪਾਂ ਮਾਂ ਪਿਓ ਦਾ ਦੇਣ ਕਿਵੇਂ ਦੇਵਾਂਗੇ? ਜਦੋਂ ਆਪਾਂ ਨੂੰ ਮਾਤਾ ਨਿਕਲੀ ਹੋਵੇ, ਆਪਾਂ ਨੂੰ ਕਿੰਨਾ ਬੁਖਾਰ ਚੜਿਆ ਹੋਵੇ, ਟੱਟੀ ਪਿਸ਼ਾਬ ਦੇ ਲਿਬੜੇ ਹੋਈਏ, ਤੇ ਉਦਣ ਮਾਂ ਹਿੱਕ ਨਾਲ ਲਾ ਕੇ ਸਵਾਉਂਦੀ ਹੈ। ਉਸ ਮਾਂ ਦਾ ਦੇਣ ਆਪਾਂ ਕਿਵੇਂ ਦੇ ਸਕਦੇ? ਕਦੀ ਸੋਚਿਆ ਤੁਸੀਂ? ਆਪਾਂ ਨਹੀਂ ਦੇ ਸਕਦੇ, ਕਈ ਜਨਮ ਨਹੀਂ ਦੇ ਸਕਦੇ। ਬੀਰਬਲ ਦੇ ਬਾਰੇ ਇੱਕ ਕਹਾਣੀ ਹੈ ਕਿ ਬੀਰਬਲ ਕਿਸੇ ਗੱਲੋਂ ਆਪਣੀ ਮਾਂ ਨਾਲ ਲੜ ਪਿਆ, ਤੇ ਉਦੋਂ ਉਹ ਬੜਾ ਵੱਡਾ ਵਜ਼ੀਰ ਬਣਿਆ ਸੀ ਰਾਜੇ ਦਾ। ਬੀਰਬਲ ਨੇ ਮਾਂ ਨੂੰ ਕੁਛ ਤੱਤਾ ਬੋਲ ਦਿੱਤਾ, ਤੇ ਮਾਂ ਕਹਿੰਦੀ ਹੈ, ਕਾਕਾ ਤੂੰ ਅੱਜ ਵਜ਼ੀਰ ਬਣ ਕੇ ਚੌੜਾ ਹੋਣ ਡਿਆ ਤੇ ਮੈਨੂੰ ਦੱਸਣ ਡਿਆ ਕਿ ਮੈਂ ਆਹ ਕੀਤਾ, ਮੈਂ ਆਹ ਕੀਤਾ। ਤੂੰ ਮੇਰੀ ਕੀਤੀ ਦਾ, ਤੂੰ ਮੇਰਾ ਅਹਿਸਾਨ ਕਿਵੇਂ ਚੁਕਾ ਸਕਦਾ? ਤੈਨੂੰ ਨਹੀਂ ਪਤਾ ਕਿ ਜਿੱਦਣ ਤੇਰਾ ਜਨਮ ਹੋਇਆ ਉਦਣ ਮੈਂ ਕਿੰਨੇ ਦੁੱਖ ਭੋਗੇ ਨੇ। ਤੇਰੇ ਜਨਮ ਸਮੇਂ ਦੁੱਖ ਭੋਗਣ ਕਰਕੇ ਤੂੰ ਅੱਜ ਵਜ਼ੀਰ ਬਣਿਆ। ਬੀਰਬਲ ਵਿਚਾਰਾ ਚੁੱਪ ਜਿਹਾ ਹੋ ਗਿਆ, ਨਿੰਮੋ ਝੋਣਾ ਹੋ ਕੇ ਆਉਂਦਾ। ਮਾਂ ਉਹ ਕੀ ਸੀ? ਉਹ ਆਂਦੀ ਹੈ, ਕਾਕਾ ਜੋਤਸ਼ੀ ਨੇ ਦੱਸਿਆ ਸੀ ਕਿ ਜੇ ਇੰਨੇ ਵੱਜ ਕੇ ਇੰਨੇ ਮਿੰਟ ਤੇ ਤੇਰਾ ਜਨਮ ਹੋਏਗਾ ਤਾਂ ਤੂੰ ਰਾਜਾ ਬਣੇਗਾ, ਜੇ ਉਦੋਂ ਇੰਨਾ ਚਿਰ ਪਹਿਲਾਂ ਹੋ ਗਿਆ ਤਾਂ ਤੂੰ ਵਜ਼ੀਰ ਬਣੇਗਾ। ਉਹ ਕਹਿੰਦਾ, ਮਾਂ ਕਹਿੰਦੀ ਹੈ ਕਿ ਮੇਰਾ ਤਾਂ ਜੀ ਕਰਦਾ ਸੀ ਕਿ ਤੂੰ ਰਾਜਾ ਬਣੇ। ਹੁਣ ਸੂਤਕ ਪੀੜਾਂ ਜਿਹੜੀਆਂ ਨੇ ਉਹ ਤਾਂ ਪ੍ਰਕਿਰਤੀ ਦੇ ਸਰੀਰ ਦੇ ਵਿੱਚ ਸ਼ੁਰੂ ਕਰਨੀਆਂ ਹੀ ਨੇ, ਕੋਈ ਰੋਕ ਤਾਂ ਸਕਦਾ ਨਹੀਂ। ਆਖੇ ਮੈਂ ਉਸ ਸੂਤਕ ਪੀੜਾਂ ਵੇਲੇ ਤੋਂ ਪਹਿਲਾਂ ਸ਼ੁਰੂ ਹੋ ਗਈਆਂ, ਤੇਰੇ ਜਨਮ ਨੂੰ ਰੋਕਣ ਵਾਸਤੇ, ਦੇਰ ਨਾਲ ਕਰਨ ਵਾਸਤੇ, ਤੈਨੂੰ ਰਾਜਾ ਬਣਾਉਣ ਨੂੰ। ਸੂਤਕ ਪੀੜਾਂ ਹੁੰਦਿਆਂ ਹੋਇਆਂ ਵੀ ਮੈਂ ਆਪਣਿਆਂ ਗਿੱਟਿਆਂ ਨੂੰ ਰੱਸੀ ਬੰਨ੍ਹ ਕੇ ਤੇ ਛੱਤ ਨਾਲ ਲਟਕ ਗਈ। ਇੱਕ ਪਾਸੇ ਸੂਤਕ ਪੀੜਾਂ ਤੇ ਇੱਕ ਪਾਸੇ ਛੱਤ ਨਾਲ ਲਟਕਣ ਦੀਆਂ ਪੀੜਾਂ, ਮੈਂ ਉਹ ਕੀਤਾ। ਤੇ ਫੇਰ ਵੀ ਸਰੀਰਕ ਪ੍ਰਕਿਰਤੀ ਦੀ ਸ਼ਕਤੀ ਇੰਨੀ ਪ੍ਰਬਲ ਸੀ ਕਿ ਬੀਰਬਲ ਪੁੱਠੇ ਲਟਕਿਆਂ ਹੋਇਆਂ ਵੀ ਮੈਂ ਇੰਨਾ ਸਮਾਂ ਨਾ ਲੰਘਾ ਸਕੀ ਕਿ ਤੂੰ ਉਸ ਪਲ ਵਿੱਚ ਜਨਮ ਲੈਂਦਾ ਜਿਸ ਪਲ ਵਿੱਚ ਤੂੰ ਰਾਜਾ ਬਣਨਾ ਸੀ। ਤੇਰਾ ਜਨਮ ਪਹਿਲੋਂ ਹੋ ਗਿਆ, ਜਿਸ ਕਰਕੇ ਤੂੰ ਵਜ਼ੀਰ ਬਣ ਗਿਆ। ਮਾਂ ਕਹਿੰਦੀ ਹੈ ਕਿ ਕਾਕਾ ਤੂੰ ਮੇਰਾ ਦੇਣ ਕੀ ਦੇਵੇਂਗਾ? ਸੋ ਇਸ ਕਰਕੇ ਆਪਾਂ ਨੂੰ ਇਹ ਧਿਆਨ ਕਰਨ ਦੀ ਲੋੜ ਹੈ ਕਿ ਅਸੀਂ ਮਾਤਾ ਪਿਤਾ ਦਾ ਦੇਣ ਨਹੀਂ ਦੇ ਸਕਦੇ। ਖੌਰੇ ਕਿੰਨੀਆਂ ਮੁਸ਼ਕਿਲਾਂ ਦੇ ਵਿੱਚ ਮਾਤਾ ਪਿਤਾ ਨੇ ਸਾਨੂੰ ਕਿਵੇਂ 2-2 ਰੁਪਈਏ ਜੋੜ ਕੇ ਪੜ੍ਹਾਇਆ, ਸਾਨੂੰ ਰੋਟੀ ਦਿੱਤੀ। ਖੌਰੇ ਕਿੰਨੀਆਂ ਮੁਸ਼ਕਿਲਾਂ 'ਚ ਸਾਡੀਆਂ ਕਿੰਨੀਆਂ ਗਲਤੀਆਂ ਜਰ ਕੇ ਸਾਨੂੰ ਪੜ੍ਹਾਈ ਪੂਰੀ ਕਰਵਾਈ। ਬੱਚੇ ਸਕੂਲੇ ਜਾਂਦੇ ਹੀ ਨਹੀਂ, ਪੜ੍ਹਦੇ ਹੀ ਨਹੀਂ। ਮਾਂ ਪਿਓ ਨੇ ਲਾਡ ਕੀਤਾ, 2 ਠੋਕੀਆਂ, ਕਿੰਨੀਆਂ ਸਾਡੀਆਂ ਗਲਤ ਗੱਲਾਂ ਮੰਨੀਆਂ। ਤੇ ਫਿਰ ਅਸੀਂ 10-12 ਪੜ੍ਹੇ। ਉਦੋਂ ਗਾਂ ਜਦੋਂ ਹੋਰ 4 ਜਮਾਤਾਂ ਪੜ੍ਹ ਕੇ ਅਸੀਂ 4 ਪੈਸੇ ਕਮਾਉਣ ਲੱਗ ਪੈਂਦੇ ਹਾਂ ਤੇ ਅਸੀਂ ਮਾਂ ਪਿਓ ਨੂੰ ਫੂੰ ਕਰਦੇ ਹਾਂ ਤੇ ਮੈਂ ਆਪੇ ਕੀਤਾ ਨਾ, ਮੈਂ ਕੈਰੀਅਰ ਬਣਾਇਆ, ਤੂੰ ਕੌਣ ਹੈ, ਤੂੰ ਕੀ ਸਵਾਰਿਆ ਮੇਰਾ? ਸ਼ਰਮ ਆਉਣੀ ਚਾਹੀਦੀ। ਚਲੋ ਮਾਤਾ ਪਿਤਾ ਤਾਂ ਬਹੁਤ ਵੱਡੀ ਚੀਜ਼ ਨੇ। ਇਸ ਕਰਕੇ ਸਾਧ ਸੰਗਤ ਜੀ, ਇੱਕ ਤਾਂ ਮਾਤਾ ਪਿਤਾ ਦੇ ਮਾਮਲੇ ਦੇ ਵਿੱਚ ਅਕਿਰਤ ਘਣ ਨਹੀਂ ਬਣਨਾ ਚਾਹੀਦਾ। ਮਾਤਾ ਪਿਤਾ ਪੂਰਨ ਸਤਿਕਾਰਯੋਗ ਨੇ। ਆਪਾਂ ਜੋ ਹੈਗੇ ਆ ਮਾਤਾ ਪਿਤਾ ਕਰਕੇ ਹੀ ਆ, ਮਾਂ ਪਿਓ ਦਾ ਦੇਣ ਦੇ ਹੀ ਨਹੀਂ ਸਕਦੇ।
ਸੋ ਮਾਤਾ ਪਿਤਾ ਜੇ ਤੁਹਾਨੂੰ ਤੰਗ ਵੀ ਕਰਨ ਤਾਂ ਮਾਤਾ ਪਿਤਾ ਨਾਲ ਬਦਸਲੂਕੀ ਨਾ ਕਰੋ, ਸੇਵਾ ਕਰੋ, ਸਤਿਕਾਰ ਕਰੋ। ਜੇ ਬਚਨ ਨਹੀਂ ਮੰਨਿਆ ਜਾਂਦਾ ਉਹ ਇੱਕ ਵੱਖਰੀ ਗੱਲ ਹੈ। ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਮਾਤਾ ਪਿਤਾ ਬੜੇ ਵੱਡੇ ਵੱਡੇ ਪੱਖਪਾਤ ਕਰ ਦਿੰਦੇ ਨੇ ਬੱਚਿਆਂ ਨਾਲ। ਆਪਣੇ ਬੱਚਿਆਂ ਨੂੰ ਆਪਸ ਵਿੱਚ ਵੀ ਮਾਤਾ ਪਿਤਾ ਲੜਾ ਦਿੰਦੇ ਨੇ, ਇੱਕ ਬੱਚੇ ਦਾ ਪੱਖ ਕਰਕੇ ਦੂਜੇ ਨੂੰ ਬਿਲਕੁਲ ਹੀ ਨੰਗ ਕਰ ਦਿੰਦੇ ਨੇ। ਇਹੋ ਜਿਹਾ ਬੜਾ ਕੁਛ ਮਾਤਾ ਪਿਤਾ ਕਰ ਦਿੰਦੇ ਨੇ ਜਦੋਂ ਬੱਚੇ ਜਵਾਨ ਹੁੰਦੇ ਨੇ। ਉਹ ਇੱਕ ਵੱਖਰੀ ਗੱਲ ਹੈ। ਉਹਨਾਂ ਦੇ ਕਰਮ ਤੋਂ ਬਚਣਾ ਉਹ ਇੱਕ ਹੋਰ ਗੱਲ ਹੈ, ਪਰ ਮਾਤਾ ਪਿਤਾ ਦੀ ਕੀਤੀ ਨੂੰ ਭੁਲਾ ਦੇਣਾ ਇੱਕ ਹੋਰ ਗੱਲ ਹੈ। ਇਸ ਕਰਕੇ ਮਾਤਾ ਪਿਤਾ ਦੀ ਸੇਵਾ ਸਤਿਕਾਰ ਹਰ ਹਾਲਤ ਵਿੱਚ ਕਰਨਾ ਚਾਹੀਦਾ। ਹੁਣ ਅਗਲੀ ਗੱਲ, ਸਿਰਫ ਮਾਤਾ ਪਿਤਾ ਦਾ ਹੀ ਨਹੀਂ, ਆਪਣੇ ਕਿਸੇ ਵੀ ਪਰਿਵਾਰਕ ਸਰੀਰ ਦਾ, ਛੋਟੇ ਵੱਡੇ ਦਾ ਜਾਂ ਹੋਰ ਵੀ ਕਿਸੇ ਸੱਜਣ ਮਿੱਤਰ ਦਾ, ਉਹਦੀ ਕੀਤੀ ਨੂੰ ਆਪਾਂ ਨੂੰ ਨਹੀਂ ਭੁਲਾਉਣਾ ਚਾਹੀਦਾ। ਜੇ ਆਪਾਂ ਭੁਲਾਵਾਂਗੇ ਤਾਂ ਆਪਾਂ ਅਕਿਰਤ ਕਣ ਬਣਨੇ ਆ। ਤੇ ਅਕਿਰਤ ਘਣਾ ਕਉ ਰੱਖੈ ਨਾ ਕੋਈ, ਸੱਚੇ ਪਾਤਸ਼ਾਹ ਦਾ ਬਚਨ ਹੈ, ਅਕਿਰਤ ਘਣਾ ਕਉ ਰੱਖੈ ਨਾ ਕੋਈ, ਨਰਕ ਘੋਰ ਮੈਂ ਪਾਵਣਾ। ਕੁੰਭੀ ਨਰਕ ਚ ਪੈਣਗੇ। ਕੁੰਭੀ ਨਰਕ ਅਗਲੇ ਨਰਕ ਚ ਤੇ ਉੱਥੇ ਜਾ ਕੇ ਪਤਾ ਲੱਗੇਗਾ ਨਾ ਕਿੰਨਾ ਕੁ ਖਤਰਨਾਕ ਹੈ। ਜਦੋਂ ਆਪਾਂ ਗੁੱਸਾ ਆ ਕੇ ਸੜਦੇ ਹਾਂ ਤੇ ਪਰਿਵਾਰ ਚ ਕਲੇਸ਼ ਹੁੰਦਾ, ਨਰਕ ਤੇ ਇੱਥੇ ਹੀ ਬਣ ਜਾਂਦਾ ਨਾ। ਬਣਦਾ ਕਿ ਨਹੀਂ ਬਣਦਾ, ਜਰਾ ਸੋਚੋ। ਸੋ ਸਾਧ ਸੰਗਤ ਜੀ, ਕਿਸੇ ਦੀ ਚੰਗੀ ਕੀਤੀ ਨੂੰ ਚੇਤਾ ਰੱਖੋ। ਜਦੋਂ ਗੁੱਸਾ ਆਉਂਦਾ ਕਿ ਇਹਨੇ ਮੇਰੀ ਆਹ ਗੱਲ ਨਹੀਂ ਮੰਨੀ, ਮੈਨੂੰ 10 ਰੁਪਈਏ ਨਹੀਂ ਦਿੱਤੇ, ਮੈਨੂੰ ਗਹਿਣੇ ਨਹੀਂ ਲੈ ਕੇ ਦਿੱਤੇ, ਮੈਨੂੰ ਕਾਰ ਨਹੀਂ ਲੈ ਕੇ ਦਿੱਤੀ ਇਹਨੇ, ਜਾਂ ਮੇਰੇ ਘਰ ਵਾਲੀ ਨੇ ਮੇਰੇ ਵਾਸਤੇ ਮੇਰੇ ਮੁਤਾਬਕ ਆਹ ਰੋਟੀ ਨਹੀਂ ਬਣਾਈ, ਮੈਨੂੰ ਜਲੇਬੀਆਂ ਨਹੀਂ ਅੱਜ ਬਣਾ ਕੇ ਖਵਾਈਆਂ, ਮੇਰਾ ਬਿਸਤਰਾ ਨਹੀਂ ਠੀਕ ਕੀਤਾ, ਜੋ ਵੀ ਵੱਖੋ ਵੱਖਰੇ ਸਾਡੇ ਪਰਿਵਾਰਕ ਜੀਆਂ ਦੇ ਨਾਲ ਸਾਡੀਆਂ ਨਾਰਾਜ਼ਗੀਆਂ ਹੁੰਦੀਆਂ ਨੇ, ਉਦੋਂ ਉਹਦੀਆਂ ਚੰਗੀਆਂ ਕੀਤੀਆਂ ਵੀ ਚੇਤਾ ਕਰ ਲਿਆ ਕਰੋ ਕਿ ਇਹਨੇ ਮੇਰੀਆਂ ਇੰਨੀਆਂ ਜਰੀਆਂ ਵੀ ਨੇ ਤੇ ਇੰਨੀਆਂ ਮੇਰੇ ਵਾਸਤੇ ਇਹਨੇ ਚੰਗੀਆਂ ਵੀ ਕੀਤੀਆਂ ਨੇ। ਜਦੋਂ ਆਪਾਂ ਚੰਗੀਆਂ ਕੀਤੀਆਂ ਜਰਾਂਗੇ ਨਾ, ਫਿਰ ਗੁੱਸਾ ਉਸੇ ਵੇਲੇ ਇਸ ਤਰ੍ਹਾਂ ਸ਼ਾਂਤ ਹੋ ਜਾਏਗਾ ਜਿਵੇਂ ਦੁੱਧ ਦਾ ਉਬਾਲਾ ਆਇਆ ਹੋਵੇ ਤੇ ਪਾਣੀ ਦਾ ਛੱਟਾ ਮਾਰੀਏ ਨਾ ਤੇ ਝੱਟ ਥੱਲੇ ਬਹਿ ਜਾਂਦਾ। ਇਸੇ ਤਰ੍ਹਾਂ ਤੁਹਾਡਾ ਗੁੱਸਾ ਵੀ ਸ਼ਾਂਤ ਹੋ ਜਾਏਗਾ। ਕਰਕੇ ਵੇਖੋ ਕਿ ਅੱਛਾ, ਇਹਨੇ ਜੇ ਇੰਨੀ ਮਾੜੀਆਂ ਕੀਤੀਆਂ ਨੇ ਤੇ ਇਹਨੇ ਇੰਨੀਆਂ ਚੰਗੀ ਵੀ ਤੇ ਉਹ ਕੀਤੀ ਸੀ ਨਾ। ਚਲੋ ਕੋਈ ਨਹੀਂ ਗੀ ਗੱਲ, ਸਾਰੀਆਂ ਗੱਲਾਂ ਕੋਈ ਵੀ ਨਹੀਂ ਮੰਨਦਾ ਹੁੰਦਾ ਤੇ ਕੋਈ ਨਹੀਂ ਗੱਲ, ਜਿਹੜੀ ਬਹੁਤੀ ਜ਼ਰੂਰੀ ਗੱਲ ਉਹ ਤੇ ਫੇਰ ਕਰਾਂਗੇ, ਨਹੀਂ ਤੇ ਹੋਰ ਕੋਈ ਢੰਗ ਬਣਾਈਏ। ਇਹੋ ਜਿਹਾ ਸੋਚੋ ਤੇ ਆਪਾਂ ਅਕਿਰਤ ਘਣ ਨਾ ਬਣੀਏ। ਜਦੋਂ ਆਪਾਂ ਕਿਸੇ ਦੀ ਚੰਗੀ ਕੀਤੀ ਨੂੰ ਚੇਤਾ ਰੱਖਾਂਗੇ, ਚੰਗੀ ਕੀਤੀ ਨੂੰ ਚੇਤਾ ਰੱਖਣ ਕਰਕੇ ਸਾਨੂੰ ਕਿਸੇ ਤੇ ਗੁੱਸਾ ਨਹੀਂ ਆਵੇਗਾ। ਜਦੋਂ ਕਿਸੇ ਦੀ ਚੰਗੀ ਕੀਤੀ ਨੂੰ ਦਾ ਚੇਤਾ ਰੱਖਾਂਗੇ ਨਾ, ਸਾਨੂੰ ਕਿਸੇ ਵਾਸਤੇ ਪ੍ਰੇਮ ਆਵੇਗਾ, ਸਾਡੇ ਮਨ ਦੇ ਵਿੱਚ ਕਿਸੇ ਵਾਸਤੇ ਦਇਆ ਆਏਗੀ, ਕ੍ਰੋਧ ਨਹੀਂ ਆਏਗਾ। ਜੇ ਆਪ ਜੀ ਨੂੰ ਕ੍ਰੋਧ ਨਹੀਂ ਆਏਗਾ ਤੇ ਕੱਕਾ ਕ੍ਰੋਧ ਤੇ ਕੱਕਾ ਕਲੇਸ਼ ਆਪੇ ਹੀ ਘਟ ਗਏ ਨਾ। ਕ੍ਰੋਧ ਘਟ ਗਿਆ ਤਾਂ ਕਲੇਸ਼ ਵੀ ਘਟ ਗਿਆ। ਸੋ ਮੇਰੀ ਇਸ ਬੇਨਤੀ ਨੂੰ ਉਚੇਚ ਨਾਲ ਪ੍ਰਵਾਨ ਕਰੋ ਕਿ ਕਿਸੇ ਦੀ ਚੰਗੀ ਕੀਤੀ ਨੂੰ ਚੇਤਾ ਰੱਖਣਾ। ਕਿਸੇ ਨੇ ਮੇਰੀਆਂ ਮੰਨੀਆਂ ਸੀ, ਕਿੰਨੀਆਂ ਮੰਨੀਆਂ ਸੀ, ਮੈਂ ਉਹਨਾਂ ਨੂੰ ਚੇਤਾ ਰੱਖਣਾ ਤੇ ਜਿਹੜੀ ਨਹੀਂ ਮੰਨੀ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਨੀ ਹੈ, ਉਹ ਵੀ ਜੇ ਜ਼ਰੂਰੀ ਹੈ। ਅਤੇ ਸੰਜਮ ਰੱਖਣਾ, ਸੰਤੋਖ ਰੱਖਣਾ, ਔਰ ਸੰਜਮ ਸੰਤੋਖ ਰੱਖਦਿਆਂ ਹੋਇਆਂ ਜਿੰਨੀਆਂ ਚੀਜ਼ਾਂ ਦੀ ਲੋੜ ਹੈ ਉਨੀਆਂ ਚੀਜ਼ਾਂ ਦੀ ਹੀ ਖਿੱਚ ਕਰਨੀ ਹੈ। ਸਹਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ, ਸਹਿਜ ਸੰਤੋਖ ਦਾ ਸ਼ਿੰਗਾਰ ਕਰਕੇ ਤੇ ਮਿੱਠਾ ਬੋਲਣਾ। ਫਿਰ ਕੀ ਹੋਏਗਾ? ਮਿੱਠਾ ਬੋਲੇ ਨਿਵ ਚਲੈ, ਸੀਜੈ ਰਵੈ ਪਤਾਰ। ਜੇ ਮਿੱਠਾ ਬੋਲਾਂਗੇ, ਨਿਉ ਕੇ ਚੱਲਾਂਗੇ ਤਾਂ ਸਾਨੂੰ ਪ੍ਰੇਮ ਮਿਲੇਗਾ ਹੀ ਮਿਲੇਗਾ, ਪੱਕੀ ਗੱਲ ਹੈ। ਔਰ ਜਿਵੇਂ ਮੈਂ ਆਪ ਜੀ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਗੁਰਬਾਣੀ ਅਨੁਸਾਰ ਮਨੁੱਖ ਦਾ ਸਰਵੋਤਮ ਕਾਰਜ ਹੈ ਪ੍ਰਭੂ ਵਿੱਚ ਲੀਨ ਹੋਣਾ, ਪ੍ਰਭੂ ਦਾ ਰੂਪ ਬਣ ਜਾਣਾ। ਤੇ ਪ੍ਰਭੂ ਦੇ ਗੁਣ, ਪ੍ਰਭੂ ਦੀ ਵਿਆਖਿਆ ਕਰਦਿਆਂ ਸੱਚੇ ਪਾਤਸ਼ਾਹ ਜੀ ਨੇ ਕੀ ਬਚਨ ਕੀਤੇ ਨੇ ਉਹ ਸੁਣ ਲਓ। ਆਪਾਂ ਵੀ ਪ੍ਰਭੂ ਦਾ ਰੂਪ ਬਣਨ ਦੀ ਕੋਸ਼ਿਸ਼ ਕਰੀਏ
ਮਿੱਠ ਬੋਲੜਾ ਜੀਓ ਹਰ ਸੱਜਣ ਸੁਆਮੀ ਮੋਰਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਮੇਰਾ ਹਰੀ ਸੱਜਣ ਜਿਹੜਾ ਹੈ, ਪ੍ਰਭੂ ਮੇਰਾ ਮਿੱਤਰ, ਉਹ ਸਦਾ ਹੀ ਮਿੱਠਾ ਬੋਲਦਾ। ਮੈਂ ਬੜਾ ਜ਼ੋਰ ਲਾ ਕੇ ਵੇਖਿਆ ਉਹਨੂੰ ਤੰਗ ਕਰਕੇ, ਉਹ ਕਦੇ ਨਹੀਂ ਕੌੜਾ ਬੋਲਦਾ। ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ। ਉਹ ਅਪੂਰਨ ਭਗਵਾਨ ਨਹੀਂ, ਅਧੂਰਾ ਨਹੀਂ, ਪੂਰਾ ਭਗਵਾਨ ਹੈ। ਤੇ ਕੌੜਾ ਬੋਲਣਾ ਆਉਂਦਾ ਹੀ ਨਹੀਂ। ਔਗਣ ਕੋ ਨਾ ਚਿਤਾਰੇ, ਮੇਰੀ ਕੀਤੀ ਗਲਤੀ ਦਾ ਚੇਤਾ ਹੀ ਨਹੀਂ ਰੱਖਦਾ। ਪਤਿਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਚੰਗੀ ਕੀਤੀ ਮੇਰੀ ਨੂੰ ਉਹ ਵਿਸਾਰਦਾ ਨਹੀਂ। ਤੇ ਆਪਾਂ ਵੀ ਜੇ ਪ੍ਰਭੂ ਦਾ ਰੂਪ ਬਣੀਏ ਨਾ, ਜਿੰਨਾ ਕੁ ਬਣ ਜਾਈਏ, ਜੇ ਸਾਰਾ ਨਹੀਂ ਤੇ 10%, 20, 30, ਜਿੰਨਾ ਕੁ ਬਣ ਜਾਈਏ, ਜਿੰਨੇ ਮਿੰਟ ਸਕਿੰਟ ਲਈ ਬਣ ਜਾਈਏ, ਓਨਾ ਹੀ ਸਹੀ। ਇਸ ਤਰ੍ਹਾਂ ਕਰਕੇ ਆਪਾਂ ਕਿਸੇ ਦੀ ਚੰਗੀ ਕੀਤੀ ਨੂੰ ਚੇਤਾ ਰੱਖੀਏ, ਅਕਿਰਤ ਕਣ ਨਾ ਬਣੀਏ। ਕਿਉਂਕਿ ਅਕਿਰਤ ਕਣਾਂ ਨੂੰ ਕੋਈ ਨਹੀਂ ਰੱਖਦਾ। ਹਸਾਏ ਦਾ ਨਾਂ ਤੇ ਰਵਾਏ ਦਾ ਨਾਮ। ਹਸਾਏ ਦਾ ਨਹੀਂ ਹੁੰਦਾ, ਰਵਾਏ ਦਾ ਹੋ ਜਾਂਦਾ। ਆਪਾਂ ਹਸਾਏ ਦਾ ਕਰੀਏ ਨਾ, ਤਾਂ ਕਿ ਸਾਡਾ ਜੀਵਨ ਸੁਖੀ ਚੱਲੇ। ਜਿਹੜੀ ਮੈਂ ਤੁਕ ਸ਼ੁਰੂ ਵਿੱਚ ਪੜ੍ਹੀ ਸੀ, ਉਸ ਤੁਕ ਦਾ ਚੇਤਾ ਰੱਖੋ ਜੀ। ਅਕਿਰਤ ਘਣਾ ਕੋ ਰੱਖੈ ਨਾ ਕੋਈ, ਅਕਿਰਤ ਘਣਾ ਕੋ ਰੱਖੈ ਨਾ ਕੋਈ, ਨਰਕ ਘੋਰ ਮੈਂ ਪਾਵਣਾ। ਆਪਾਂ ਵੀ ਕਿਸੇ ਦੀ ਚੰਗੀ ਕੀਤੀ ਦਾ ਚੇਤਾ ਰੱਖੀਏ। ਇਹਨੇ ਮੇਰੀਆਂ ਇੰਨੀਆਂ ਗੱਲਾਂ ਮੰਨੀਆਂ ਸੀ, ਮੇਰੇ ਲਈ ਇੰਨੇ ਚੰਗੇ ਕੰਮ ਕੀਤੇ ਸੀ, ਅੱਜ ਨਹੀਂ ਹੋਏ ਜਾਂ ਨਹੀਂ ਕੀਤੇ ਤੇ ਚਲੋ ਕੋਈ ਗੱਲ ਨਹੀਂ, ਮੈਂ ਔਖੇ ਨਹੀਂ ਹੋਣਾ। ਸੋ ਇਹ ਬੇਨਤੀਆਂ ਪ੍ਰਵਾਨ ਕਰੋ ਤੇ ਆਪਣੇ ਪਰਿਵਾਰ ਚੋਂ ਕਲੇਸ਼ ਮਿਟਾ ਕੇ ਆਪਾਂ ਪ੍ਰੇਮ ਵਧਾਉਣਾ ਸ਼ੁਰੂ ਕਰੀਏ। 10ਵੇਂ ਪਾਤਸ਼ਾਹ ਦਾ ਬਚਨ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਸਾਡੇ ਪਰਿਵਾਰ ਦੇ ਵਿੱਚ ਪ੍ਰੇਮ ਆ ਜਾਏਗਾ, ਜੇ ਪ੍ਰਭੂ ਪ੍ਰਾਪਤੀ ਪ੍ਰੇਮ ਨਾਲ ਹੋ ਸਕਦੀ ਹੈ, ਤੇ ਸਾਨੂੰ ਪਰਿਵਾਰ ਪ੍ਰਾਪਤੀ ਕਿਉਂ ਨਹੀਂ ਹੋ ਸਕਦੀ? ਪੱਪੇ ਤੋਂ ਪ੍ਰਭੂ, ਪੱਪੇ ਤੋਂ ਪਰਿਵਾਰ, ਪੱਪੇ ਤੋਂ ਪ੍ਰੇਮ। ਪ੍ਰੇਮ ਨਾਲ ਪਰਿਵਾਰ ਦੀ ਪ੍ਰਾਪਤੀ ਵੀ ਹੋ ਸਕਦੀ ਹੈ, ਪ੍ਰੇਮ ਨਾਲ ਸੁੱਖ ਵੀ ਮਿਲ ਸਕਦਾ ਹੈ। ਪ੍ਰੇਮ ਵਧਾਉਣਾ ਸ਼ੁਰੂ ਕਰੀਏ ਤੇ ਉਹਦੇ ਵਾਸਤੇ ਅਕਲ ਦੀ ਲੋੜ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਇਹ ਕਰੋ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਸਾਰੇ ਹੀ ਆਪਣੀ ਰਸਨਾ ਪਵਿੱਤਰ ਕਰਨ ਲਈ ਆਖੋ ਧੰਨ ਸਤਿਗੁਰੂ ਰਾਮਦਾਸ ਜੀ। ਸਤ ਕਰਤਾਰ।